1000 lbs deadlift on TRT impossible। ਜੇ ਤੁਸੀਂ TRT ਤੇ ਆ ਗਏ ਨਾ 1000 deadlift ਤਾਂ ਭੁੱਲ ਹੀ ਜਾਓ। I actually want to take Greg Doucette's advice and slow things down. Stop being in such a rush. ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਾ ਫਿਟਨੈਸ ਅਨਹਿਡਨ ਤੇ ਮੈਂ ਤੁਹਾਡਾ ਆਪਣਾ ਅਮਨ। ਸੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇੱਕ ਬੰਦੇ ਬਾਰੇ ਜਿਹੜਾ ਬੰਦਾ ਆਪਣੀ ਸਟਰੈਂਥ ਲਈ ਬਹੁਤ ਮਸ਼ਹੂਰ ਹੈ, ਜਿਹੜਾ ਬੰਦਾ ਆਪਣੀ ਸਟਰੈਂਥ ਦੇ ਲਈ ਮੰਨਿਆ ਪਰਮੰਨਿਆ ਜਾਂਦਾ ਕਿ ਹਾਂ ਵੀ ਬੰਦਾ ਬਹੁਤ ਤਕੜਾ ਆ। ਸਾਰੇ ਲੋਕ ਅਪਰੋਕਸੀਮੇਟਲੀ ਉਹਨੂੰ ਜਾਣਦੇ ਹੋਣੇ ਤੇ ਉਸ ਬੰਦੇ ਦਾ ਨਾਂ ਹੈਗਾ ਲੈਰੀ ਵੀਲ। ਸੋ ਰੀਸੈਂਟਲੀ ਲੈਰੀ ਵੀਲ ਨੇ ਆਪਣੇ YouTube ਚੈਨਲ ਤੇ ਵੀਡੀਓ ਪਾਈ ਕਿ ਹਾਂ ਵੀ ਮੈਂ ਅੱਜ ਤੋਂ ਸਟੀਰੋਇਡ ਨੂੰ ਤੌਬਾ ਕਰਤੀ ਆ, ਮੈਂ ਸਟੀਰੋਇਡ ਯੂਜ਼ ਨਹੀਂ ਕਰਨੇ ਹੈਗੇ, ਮੈਂ ਸਟੀਰੋਇਡ ਛੱਡਣੇ ਆ। ਬਟ ਕੀ ਕਰੀਏ ਕਿ ਮੈਂ TRT 'ਤੇ ਰਹਿਣਾ ਬਿਕਾਜ਼ ਮੈਂ ਸਟੀਰੋਇਡ ਕੰਪਲੀਟਲੀ ਨਹੀਂ ਛੱਡ ਸਕਦਾ ਕਿਉਂਕਿ ਮੇਰੀ ਬੋਡੀ ਟੈਸਟ ਪ੍ਰੋਪਰ ਨਹੀਂ ਬਣਾਉਂਦੀ। ਸੋ ਚਲੋ ਆਪਾਂ ਵੀਡੀਓ ਦੇ ਕਲਿੱਪ ਦੇਖਦੇ ਕੁਛ ਅਤੇ ਆਪਾਂ ਉਸ ਬਾਰੇ ਗੱਲ ਕਰਦੇ ਹਾਂ। So for the last decade, many of you know I've been using PEDs, peptides, all kinds of performance enhancing drugs. ਸੋ ਲੈਰੀ ਨੇ 13-14 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣਾ ਵਰਕਆਊਟ ਸ਼ੁਰੂ ਕੀਤਾ ਸੀਗਾ। ਉਸ ਵੇਲੇ ਲਾਈਕ ਪੁਸ਼ਅਪ ਕਰ ਲਏ, ਇਹ ਕਰ ਲਿਆ, ਉਹ ਕਰ ਲਿਆ, ਜੋ ਆਪਾਂ ਸਾਰੇ ਬੱਚੇ ਹੁੰਦੇ ਸੀਗੇ ਜਦੋਂ ਆਪਾਂ ਕਰਦੇ ਸੀਗੇ। ਅਤੇ ਉਸ ਤੋਂ ਬਾਅਦ 'ਚ ਕੀ ਕੀਤਾ, ਉਸ ਤੋਂ ਬਾਅਦ 'ਚ ਜਦੋਂ ਇਹ ਲਾਈਕ 16 ਸਾਲ ਦਾ ਹੋਇਆ ਤਾਂ ਇਹਨੇ ਜਿਮ ਜੁਆਇਨ ਕੀਤਾ। ਇਹਨੇ ਜਿਮ ਜੁਆਇਨ ਕਰਕੇ ਉਸ ਤੋਂ ਬਾਅਦ 'ਚ ਇਹਨੇ ਸਟੀਰੋਇਡ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਵੇਲੇ ਉਹਦੀ ਉਮਰ 27 ਆ। ਅਤੇ ਉਹ ਪੂਰੇ ਲਾਸਟ ਡੈਕੇਡ ਤੋਂ ਮਤਲਬ ਕਿ ਇੱਕ ਬੰਦੇ ਨੂੰ 3 ਮਹੀਨੇ ਦਾ ਸਾਈਕਲ ਹੀ ਮਾਣ ਨਹੀਂ ਹੁੰਦਾ ਅਤੇ ਉਹ ਬੰਦਾ ਪਿਛਲੇ 10 ਸਾਲ ਤੋਂ ਲਗਾਤਾਰ ਸਮਾਨ 'ਤੇ ਸੀ, ਲਗਾਤਾਰ ਕੰਟੀਨਿਊਸਲੀ ਵਿਦਾਊਟ ਐਨੀ ਬ੍ਰੇਕ। ਮਾੜੀ ਮੋਟੀ ਬ੍ਰੇਕਾਂ ਲਈਆਂ ਹੋਣਗੀਆਂ ਮਹੀਨੇ ਦੀਆਂ, ਬਟ ਕੰਪਲੀਟਲੀ ਅਗਲਾ ਆਪਣੇ ਮੂੰਹੋਂ ਕਹਿੰਦਾ ਪਿਆ ਕਿ ਵੀ ਮੈਂ ਲਾਸਟ ਡੈਕੇਡ ਪੂਰਾ ਸਿਰਫ ਸਮਾਨ ਲਿਆ, ਟੈਸਟੋਸਟੀਰੋਨ ਲਿਆ ਹੋਣਾ, ਟ੍ਰੈਨ ਲਿਆ ਹੋਣਾ, ਐਨਾਵਰ ਲਈ ਹੋਣੀ, ਸਟੈਨਾ ਲਿਆ ਹੋਣਾ, ਸ਼ਰੈਡ ਰਹਿੰਦਾ ਆ। ਸੋ ਸਮਾਨ 'ਤੇ ਸਮਾਨ, ਨੋ ਡਾਊਟ ਕਿ ਮਿਹਨਤ ਬਹੁਤ ਆ, ਬਟ ਸਮਾਨ 'ਤੇ ਰਿਹਾ ਪੂਰਾ ਡੈਕੇਡ। It wasn't until I was 16 that I actually got to join a gym. And shortly after that, we're talking a year, maybe a year and a half, did I start my first cycle, and I've been cycling ever since. So, much like you don't know, I don't know what I'm capable of off cycle. ਸੋ ਉਹ ਦੱਸ ਰਿਹਾ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਵੀ ਮੈਂ ਇੰਨੀ ਉਮਰ ਤੋਂ ਜਿਮ ਸਟਾਰਟ ਕੀਤਾ ਅਤੇ ਮੈਂ ਉਸ ਤੋਂ ਬਾਅਦ ਸਮਾਨ ਲੈਣਾ ਸ਼ੁਰੂ ਕਰਤਾ ਅਤੇ ਅੱਜ ਦੇ ਟਾਈਮ ਦੇ ਵਿੱਚ ਉਹਨੂੰ ਆਪ ਨੂੰ ਨਹੀਂ ਇਹ ਪਤਾ ਕਿ ਹਾਂ ਵੀ ਮੈਂ ਐਕਚੁਅਲ ਦੇ ਵਿੱਚ ਕੈਪੇਬਲ ਕੀ ਆ। ਤੁਸੀਂ ਸਮਾਨ ਲਾ ਰਹੇ ਆ ਤਾਂ ਸਮਾਨ ਲਾਉਂਦੇ ਤੁਹਾਡੀਆਂ ਓਬਵੀਅਸ ਹੈ ਕਿ ਲਿਫਟਾਂ ਤਕੜੀਆਂ ਹੋਣਗੀਆਂ, ਬਟ ਤੁਸੀਂ ਐਕਚੁਅਲ ਦੇ ਵਿੱਚ ਬਿਨਾਂ ਸਮਾਨ ਦੇ ਇੱਕ ਹਿਊਮਨ ਲੈਵਲ 'ਤੇ ਨੋਰਮਲ ਜੇ ਤੇ ਬੰਦੇ ਸਾਰੇ ਹੁੰਦੇ ਆ, ਜਿਹੜਾ ਬੰਦਾ ਕੋਈ ਸਮਾਨ ਨਹੀਂ ਲੈਂਦਾ ਪਿਆ, PEDs ਨਹੀਂ ਲੈਂਦੇ ਪਏ। PEDs ਮਤਲਬ ਹੁੰਦੇ ਆ ਪਰਫੋਰਮੈਂਸ ਇਨਹਾਂਸਿੰਗ ਡਰੱਗਸ, ਐਨਾਬੋਲਿਕ ਡਰੱਗਸ, ਕੋਈ ਸਟੀਰੋਇਡ ਇੰਜੈਕਸ਼ਨ ਟੈਬਲੇਟਸ ਨਹੀਂ ਲੈ ਰਿਹਾ, ਤਾਂ ਉਹ ਕਹਿੰਦਾ ਕਿ ਮੈਨੂੰ ਵੀ ਨਹੀਂ ਪਤਾ ਕਿ ਮੈਂ ਬਾਈ ਕੈਪੇਬਲ ਕਿਸ ਚੀਜ਼ ਦੇ ਆ, ਕਿ ਮੈਂ ਕੀ ਕਰ ਸਕਦਾ, ਮੈਂ ਕਿੰਨੀ ਲਿਫਟ ਚੱਕ ਸਕਦਾ। ਆਈ ਡੋਂਟ ਨੋ ਦੈਟ ਵਾਟ ਆਈ ਐਮ ਕੈਪੇਬਲ ਆਫ। Going completely off isn't an option for me. I cannot produce testosterone naturally. So I'm going to be on testosterone replacement. ਉਹ ਬੰਦਾ ਕਹਿ ਰਿਹਾ ਕਿ ਇਸ ਵੇਲੇ ਕੰਪਲੀਟਲੀ ਆਫ ਹੋਣਾ ਇੱਕ ਮੇਰੇ ਲਈ ਆਪਸ਼ਨ ਨਹੀਂ ਹੈਗੀ, ਇੱਕ ਤਰੀਕੇ ਨਾਲ ਮੇਰੀ ਮਜਬੂਰੀ ਆ। ਸੋ ਉਹ TRT 'ਤੇ ਜਾਣ ਲੱਗਾ ਕਿਉਂਕਿ TRT ਉਹਨੂੰ ਕਰਨੀ ਹੀ ਪੈਣੀ ਆ, ਟੈਸਟ ਰਿਪਲੇਸਮੈਂਟ ਥੈਰੇਪੀ। ਉਹ ਕਹਿੰਦਾ ਕਿ ਬਾਈ ਜੇ ਮੈਂ ਟੈਸਟ ਵੀ ਨਾ ਲਿਆ ਤਾਂ ਮੇਰੇ ਸਰੀਰ ਦਾ ਹੋ ਜਾਣਾ ਮੰਦਾ ਹਾਲ ਅਤੇ ਆਪਣੇ ਪੱਲੇ ਰਹਿਣਾ ਨਹੀਂ ਕੁਛ ਵੀ। ਸੋ ਉਹਦਾ ਕਿਉਂਕਿ ਬੋਡੀ ਉਹਦੀ ਨੈਚੁਰਲ ਟੈਸਟ ਆ ਬਣਾਉਂਦੀ ਹੀ ਨਹੀਂ ਪਈ। ਜਦੋਂ ਤੁਸੀਂ ਆਪਣੇ ਮੁੰਡੇ ਜਿਹੜੇ ਆ ਨਾ ਸਮਾਨ ਲੈਂਦੇ ਆ ਕਿ ਅਸੀਂ ਆਹ ਕਰ ਲਿਆ, ਉਹ ਕਰ ਲਿਆ, ਸਮਾਨ ਲੈ ਲਿਆ, ਕਿਤੇ ਨਹੀਂ ਕੁਛ ਹੋ ਚੱਲਾ, 3 ਮਹੀਨੇ ਨਾਲ, 4 ਮਹੀਨੇ ਨਾਲ, 2 ਮਹੀਨੇ ਨਾਲ, ਕਈ ਤਾਂ ਸਾਲ ਵੀ ਲਈ ਜਾਂਦੇ, ਕਮਲੇ ਇੱਦਾਂ ਦੇ ਵੀ ਹੈਗੇ ਆ। ਅਤੇ ਉਹ ਕਹਿੰਦੇ ਕਿ ਨਾ ਵੀ ਫੇਕ ਹੀ ਆ, ਆਪਣੀ ਬੋਡੀ ਆਪਾਂ HCG ਲਾਉਣਾ ਅਤੇ ਆਪਣੀ ਬੋਡੀ ਨੇ ਫੇਰ ਵਰਕ ਕਰਨ ਲੱਗ ਪੈਣਾ। ਉਹ ਬੰਦਾ ਕਹਿ ਰਿਹਾ, ਜਿਹੜੇ ਬੰਦੇ ਤੋਂ ਡਾਕਟਰ ਹੈ, ਜਿਹੜੇ ਬੰਦੇ ਤੋਂ ਇੰਨੇ ਸਪੈਸ਼ਲਿਸਟ ਆ, ਅਤੇ ਉਹ ਬੰਦਾ ਕਹਿ ਰਿਹਾ ਕਿ ਬਾਈ ਮੇਰੇ ਟੈਸਟ ਬਣਦੇ ਹੀ ਨਹੀਂ ਪਏ ਹੁਣ। ਸੋ ਮੈਨੂੰ ਦੈਟਸ ਵਾਈ ਮੈਨੂੰ TRT 'ਤੇ ਜਾਣਾ ਹੀ ਪੈਣਾ, ਕੋਈ ਹੋਰ ਮੇਰੇ ਤੋਂ ਆਪਸ਼ਨ ਨਹੀਂ ਹੈਗੀ। I tried post-cycle therapy several times when I first began cycling, and I was unable to recover. ਕਈ ਲੋਕੀ ਗੱਲ ਕਰਦੇ ਕਿ ਵੀ ਫੇਕ ਹੀ ਆ, ਜੇ ਆਪਾਂ ਸਮਾਨ ਲਾ ਲਿਆ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਕਿ ਵੀ ਆਪਾਂ PCD ਕਰ ਲਵਾਂਗੇ। ਅਤੇ ਉਹ ਕਹਿ ਰਿਹਾ ਕਿ ਮੈਂ PCD ਕੀਤੀ, ਮੈਂ ਕਈ ਵਾਰੀ ਕੀਤੀ, ਜਦੋਂ ਮੈਂ ਸਟਾਰਟਿੰਗ ਸੀਗਾ ਤਾਂ ਮੈਂ PCD ਕੀਤੀ, 2 ਵਾਰੀ ਕੀਤੀ, 3 ਵਾਰ ਕੀਤੀ। ਦੈਨ ਫਰਕ ਕੀ ਹੋਇਆ, ਉਹਨਾਂ ਮੈਂ ਰਿਕਵਰ ਨਹੀਂ ਹੋਇਆ। ਮਤਲਬ ਕਿ ਉਹਦਾ ਜਿਹੜਾ ਟੈਸਟ ਲੈਵਲ ਸੀਗਾ, ਉਹਦਾ LH-FSH ਪ੍ਰੋਲੈਕਟਿਨ ਜਾਂ ਫ੍ਰੀ ਟੈਸਟੋਸਟੀਰੋਨ ਦੇ ਲੈਵਲ ਆ, ਉਹ ਪ੍ਰੋਪਰਲੀ ਬੈਲੈਂਸ ਮੁੜ ਕੇ ਕਦੀ ਹੋਏ ਹੀ ਨਹੀਂ। ਨੈਚੁਰਲੀ ਆਪਾਂ ਦੇਖੀਏ ਤਾਂ ਜੇ ਬਹੁਤਾ ਹੁੰਦਾ ਕਿ ਹਾਂ ਵੀ ਆਪਣੇ ਆਪ ਹੀ ਜਿਹੜੇ ਇੰਬੈਲੈਂਸ ਹੋਏ ਹੁੰਦੇ ਆ ਉਹ ਬੈਲੈਂਸ ਹੋ ਜਾਂਦੇ ਆ, ਥੋੜ੍ਹਾ ਜਿਹਾ PCD ਕਰਨੀ ਪੈਂਦੀ ਹੋ ਜਾਂਦੇ ਆ, ਬਟ ਇਹ ਸਾਰਿਆਂ ਨਾਲ ਨਹੀਂ ਹੁੰਦਾ। ਸੋ ਬਵੇਅਰ ਆਫ ਦੈਟ
ਕਿ ਉਹ ਕਹਿ ਰਿਹਾ ਕਿ ਹਾਂ ਬਈ ਮੇਰੇ ਦੁਆਰਾ ਟੈਸਟ ਜਿਹੜੇ ਸੀਗੇ ਉਹ ਦੁਆਰਾ ਰਿਕਵਰ ਹੋਏ ਹੀ ਨਹੀਂ, ਮੇਰੀ ਬੋਡੀ ਪ੍ਰੋਪਰਲੀ ਰਿਕਵਰ ਕਦੀ ਹੋਈ ਹੀ ਨਹੀਂ, ਬੋਡੀ ਕਦੀ ਹੀਲ ਹੋਈ ਹੀ ਨਹੀਂ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਨੋਰਮਲ ਐਕਸਕਲੋਮੈਂਟ ਇੱਦਾਂ ਦੇ ਤੁਸੀਂ ਕੁਛ ਵੀ SCG ਲਵਾ ਲਿਆ ਅਤੇ ਤੁਸੀਂ ਰਿਕਵਰ ਕਰ ਜਾਓਗੇ। ਦੈਟਸ ਅ ਲਾਈਕ ਡਾਰਕ ਸੀਕਰੇਟ ਆ ਇਹ, ਲੋਕੀ ਨਹੀਂ ਸਮਝਦੇ ਇਸ ਚੀਜ਼ ਨੂੰ। ਉਹ ਮਿੰਟ ਦੇ ਵਿੱਚ ਟੈਸਟ ਲਵਾਉਣ ਤੁਰੇ ਹੋ, ਸਮਾਨ ਲਵਾਉਣ ਤੁਰੇ ਹੋ, ਕਿਸੇ ਮਗਰ ਲੱਗ ਕੇ ਕਿ ਵੀ ਉਹਦੇ ਡੋਲੇ ਆ ਅਤੇ ਇਹ ਆ ਉਹ ਆ ਅਤੇ ਆਪਾਂ ਲਾ ਲਾਂਗੇ, ਕੋਈ ਟੈਨਸ਼ਨ ਨਹੀਂ। ਅਤੇ ਬਟ ਉਹ ਇਸ ਚੀਜ਼ ਦੀ ਗਹਿਰਾਈ ਨੂੰ ਸਮਝਦੇ ਨਹੀਂ ਹੈਗੇ ਕਿ ਉਸ ਚੀਜ਼ ਦੇ ਨਾਲ ਤੁਹਾਡੀ ਬੋਡੀ ਨੂੰ ਕਿੱਡਾ ਤਕੜਾ ਪੰਗਾ ਪੈ ਸਕਦਾ। ਅਤੇ ਉਸ ਬੰਦੇ 'ਤੇ ਰਿਕਵਰੀ ਨਹੀਂ ਹੋਈ PCT ਦੇ ਨਾਲ ਵੀ। ਤੁਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। Now, TRT for me would be anywhere from as low as 70 milligrams a week. I've heard even lower dosages. To as high as 175. ਨਾਓ ਵਿਦ ਦਾ ਕੰਸਲਟੇਸ਼ਨ ਆਫ ਦਾ ਡਾਕਟਰਸ, ਹੁਣ ਉਹ ਇਹ ਕਹਿੰਦਾ ਕਿ ਵੀ ਮੈਂ ਆਪਣਾ TRT ਦੀ ਡੋਸੇਜ ਜਿਹੜੀ ਆ 70 mg ਤੋਂ ਲੈ ਕੇ 175 ਤੱਕ ਰੱਖਣੀ ਆ। 70 mg ਵਿਲ ਵੀ ਲੋਐਸਟ ਐਂਡ 175 ਵਿਲ ਵੀ ਹਾਈਐਸਟ। 70 mg ਤਾਂ ਐਕਚੁਅਲ ਦੇ ਵਿੱਚ ਬੋਡੀ ਦੇ ਵਿੱਚ ਬਣਦੀ ਹੀ ਆ। ਸੋ ਦੈਟਸ ਵਾਈ ਉਹ ਮਿਨੀਮਮ 70 mg ਦਾ ਰੱਖੂਗਾ ਹੀ, ਉਹ ਤੋਂ ਥੱਲੇ ਨਹੀਂ ਜਾਣ ਲੱਗਾ। ਸੋ ਮੈਕਸਿਮਮ 175 ਤੱਕ ਰੱਖਦਾ ਪਿਆ, ਕਿਉਂਕਿ ਜੇ ਆਪਾਂ TRT ਕਰਦੇ ਹਾਂ ਦੈਨ 175 ਇਜ਼ ਇਨਫ। ਕਈ ਲੋਕੀ ਇੱਦਾਂ ਦੇ ਮੈਂ ਦੇਖੇ ਆ ਜਿਹੜੇ 300 to 400 mg ਟੈਸਟ ਲੈਂਦੇ ਆ ਐਂਡ ਕਹਿੰਦੇ ਆ ਕਿ ਵੀ ਅਸੀਂ TRT 'ਤੇ ਆ। ਦੈਟਸ ਨਾਟ TRT। ਹਾਂ, ਤੁਸੀਂ ਉਸ ਚੀਜ਼ ਨੂੰ ਲਾਈਕ ਸਮਾਲ ਡੋਸ ਸਾਈਕਲ ਕਹਿ ਸਕਦੇ ਆ, ਕਿ ਸਮਾਲ ਡੋਸ ਆਫ ਟੈਸਟੋਸਟੇਰੋਨ ਸਾਈਕਲ ਕਹਿ ਸਕਦੇ ਆ, ਬਟ ਇਟਸ ਨਾਟ ਅ TRT। TRT ਇਜ਼ ਅ ਟੈਸਟ ਰਿਪਲੇਸਮੈਂਟ ਥੈਰੇਪੀ, ਅਤੇ ਉਹਦੇ ਵਿੱਚ ਸਿਰਫ ਉਨਾ ਕੁ ਆਪਾਂ ਟੈਸਟ ਲੈਂਦੇ ਆ ਜਿੰਨਾ ਕਿ ਇੱਕ ਹਿਊਮਨ ਬੋਡੀ ਨੂੰ ਨੋਰਮਲੀ ਚਾਹੀਦਾ ਆ, ਕਿ ਹਾਂ ਵੀ ਇੰਨਾ ਜੰਪ ਹੋ ਕੇ ਉੱਥੇ ਤੱਕ ਪਹੁੰਚ ਸਕਦਾ ਆ। ਸੋ ਉੱਥੇ ਤੱਕ 175 ਤੱਕ ਲੈ ਸਕਦੇ ਹਾਂ। ਜੇ ਤੁਸੀਂ 300 mg ਤੱਕ ਲੈਂਦੇ ਪਏ ਆ, ਦੈਟ ਮੀਨ ਯੂ ਆਰ ਲਾਈਕ ਜਸਟ ਪਲੇਇੰਗ ਵਿਦ ਯੋਰ ਬੋਡੀ। ਤੁਸੀਂ TRT 'ਤੇ ਨਹੀਂ ਹੈਗੇ, ਤੁਸੀਂ ਐਕਚੁਅਲ ਦੇ ਵਿੱਚ ਸਾਈਕਲ 'ਤੇ ਹੈ। ਫਿਰ ਜੇ ਤੁਸੀਂ 300 to 400 mg ਲੈਣਾ ਹੀ ਆ, ਫਿਰ ਤਾਂ ਤੁਸੀਂ ਬਾਕੀ ਵੀ ਲੈ ਲਓ, ਫਿਰ ਰਹਿ ਕੀ ਗਿਆ ਪਿੱਛੇ। ਸੋ ਉਸ ਚੀਜ਼ ਨੂੰ TRT ਦੇ ਨਾਂ 'ਤੇ ਬਦਨਾਮ ਨਾ ਕਰੋ। So what does this mean with my 1,000-pound deadlift? Well, I'm not calling it quits on it. I am putting the brakes on attempting PRs like that at the moment. So ਉਸ ਬੰਦੇ ਦਾ ਡਰੀਮ ਆ, ਉਹ ਕਹਿੰਦਾ ਕਿ ਮੈਂ 1000 ਪਾਊਂਡ ਲਾਉਣੀ ਆ, ਬਈ ਮੈਂ ਡੈਡ ਹੁਣ ਲਾਈ ਆ ਅਤੇ ਮੈਂ ਹੁਣ ਫਿਰ ਅੱਗੇ ਵੀ 1000 ਪਾਊਂਡ ਡੈਡ ਲਾਉਣੀ ਆ, ਮੈਂ ਉਸ ਚੀਜ਼ ਨੂੰ ਛੱਡਿਆ ਨਹੀਂ ਹੈਗਾ। ਬਟ ਇੱਕ ਟਾਈਮ ਹੁੰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਦੋਂ ਤੁਸੀਂ ਸਟੈਪ ਬੈਕ ਕਰਨਾ ਆ। ਹਰ ਵੇਲੇ ਫੂਕਰੀ ਮਾਰਨੀ ਜ਼ਰੂਰੀ ਨਹੀਂ ਹੈਗੀ, ਹਰ ਵੇਲੇ ਪੰਗੇ ਲੈਣੇ ਜ਼ਰੂਰੀ ਨਹੀਂ ਹੈਗੇ। ਉਹ ਬੰਦੇ ਨੂੰ ਦਿਸ ਗਿਆ ਕਿ ਹਾਂ ਬਈ ਯਾਰ ਮੇਰਾ ਸਰੀਰ ਕਿੱਧਰ ਨੂੰ ਜਾਂਦਾ ਪਿਆ, ਕੀ ਹੋ ਰਿਹਾ ਮੇਰੇ ਨਾਲ, ਕਿਉਂਕਿ ਉਹਨੇ ਆਪਣੀਆਂ ਇੰਟਰਨਲ ਪ੍ਰੋਬਲਮਸ ਨਹੀਂ ਦੱਸੀਆਂ ਹੋਣੀਆਂ, ਬਟ ਉਹਦਾ ਬਲੱਡ ਵਰਕ ਕੀ ਕਹਿੰਦਾ ਪਿਆ ਆ, ਕੀ ਉਹਦੇ ਬਲੱਡ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਪਈਆਂ, ਕੀ ਉਹਦੀ ਇੰਟਰਨਲ ਬੋਡੀ ਔਰਗਨਸ ਵਿੱਚ ਪ੍ਰੋਬਲਮ ਆਉਂਦੀਆਂ ਪਈਆਂ, ਉਸ ਬੰਦੇ ਨੂੰ ਪਤਾ। ਜੋ ਬੰਦਾ ਇੱਕ ਐਡੇ ਲੈਵਲ 'ਤੇ ਪਹੁੰਚ ਕੇ ਉਸ ਚੀਜ਼ ਨੂੰ ਛੱਡਣ ਨੂੰ ਬੈਠਾ, ਉਹ ਕਹਿੰਦਾ ਕਿ ਮੈਨੂੰ ਮੈਟਰ ਨਹੀਂ ਕਰਦਾ, ਮੈਂ ਹੌਲੀ ਹੌਲੀ ਪਹੁੰਚ ਜਾਊਂਗਾ ਉਸ ਚੀਜ਼ 'ਤੇ। ਤੁਸੀਂ ਉਸ ਚੀਜ਼ ਨੂੰ ਦੇਖੋ ਨਾ। ਅਤੇ ਉਹ ਕਹਿ ਰਿਹਾ ਕਿ ਬਟ ਮੈਂ ਇੱਦਾਂ ਨਹੀਂ ਹੈਗਾ ਕਿ ਮੈਂ ਆਪਣਾ ਰਿਕਾਰਡ ਛੱਡਤਾ, ਮੈਂ ਆਪਣਾ PR ਛੱਡਤਾ, ਮੈਂ ਆਪਣਾ ਪੈਸ਼ਨ ਛੱਡਤਾ, ਉਹ ਚੀਜ਼ ਨੂੰ ਨਹੀਂ ਛੱਡਿਆ। ਉਹ ਕਹਿੰਦਾ ਕਿ ਮੈਂ ਸਿਰਫ ਬ੍ਰੇਕ ਲਾ ਰਿਹਾ ਹਾਂ, ਕਿਉਂਕਿ ਬ੍ਰੇਕ ਜ਼ਰੂਰੀ ਹੈ ਇਸ ਟਾਈਮ 'ਤੇ। So I actually want to take Greg Doucette's advice and slow things down. Stop being in such a rush. Why do I have to do it right now? I'm 27. I can take my time. It can be several years from now. I'll still be in my prime. I'll still be healthy. As long as my heart's beating, I can have a crack at it whenever I want. PDs aren't going nowhere. That 1,000 deadlift isn't going nowhere. And for me, that's a lifetime achievement. And it will be the biggest feat of strength that I've ever done if I can do that. He's slowing down ਕਿ ਉਹ ਸਿਰਫ ਲੈਰੀ ਵੀਲ ਇਜ਼ ਜਸਟ ਆਫ ਦਾ 27। ਉਹ ਤੋਂ ਸਾਰੀ ਉਮਰ ਪਈ ਆ ਮੋਰੇ। ਜੇ ਸਪੋਜ਼ ਕਰੋ ਅੱਜ ਉਹ ਨੈਚੁਰਲ ਵੀ ਜਾਂਦਾ, ਜੇ ਉਹਨੂੰ TRT ਦੀ ਵੀ ਲੋੜ ਹੈ ਨਹੀਂ ਗੀ ਐਕਚੁਅਲ ਦੇ ਵਿੱਚ, ਜੇ ਉਹ ਅੱਜ ਵੀ ਨੈਚੁਰਲ ਜਾਂਦਾ, ਸਾਲ ਦੇ ਵਿੱਚ 2 ਸਾਲ 3 ਸਾਲ 4 ਸਾਲ 5 ਸਾਲ ਲੱਗ ਜੂਗੇ ਹੱਦ ਕਿ ਉਹਦੀ ਬੋਡੀ ਰਿਕਵਰ ਕਰੂਗੀ। ਐਂਡ ਦੈਨ ਉਹਦੇ ਜਦੋਂ ਤੋਂ ਉਹ ਮਿਹਨਤ ਲਗਾਈ ਜਾਊਗਾ। ਸਭ ਤੋਂ ਪਹਿਲਾਂ ਤਾਂ ਉਹਨੂੰ ਕਈ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈਣਾ, ਕਿਉਂਕਿ ਉਹਦੀ ਬੋਡੀ ਨੇ ਰਿਸਪੌਂਡ ਨਹੀਂ ਕਰਨਾ, ਉਹਦਾ ਦਿਲ ਨਹੀਂ ਕਰਨਾ, ਉਹਦੇ ਮੂਡ ਇੰਬੈਲੈਂਸ ਹੋਣੇ ਆ, ਬਹੁਤ ਪੰਗੇ ਪੈਣੇ ਆ, ਉਹਦਾ ਦਿਲ ਹੀ ਨਹੀਂ ਕਰਨਾ ਵਰਕਆਊਟ ਕਰਨ ਨੂੰ, ਕਿਉਂਕਿ ਲੋ ਪਾਵਰ ਹੋਣੀ ਆ। ਅਤੇ ਬਟ ਜਦੋਂ ਇੱਕ ਟਾਈਮ 'ਤੇ ਜਾ ਕੇ ਉਹ ਉਸ ਚੀਜ਼ ਨਾਲ ਸਟਰਗਲ ਕਰਨਾ ਸਿੱਖ ਗਿਆ, ਦੈਨ 5-6 ਸਾਲ ਬਾਅਦ ਜੇ ਕਿਤੇ ਉਹ 1000 ਦੀ ਜਗ੍ਹਾ 850 LBS ਤੱਕ ਵੀ ਪਹੁੰਚ ਗਿਆ, 850 LBS ਵੀ ਉਹਨੇ ਹਿੱਟ ਕਰ ਲਿਆ ਨੈਚੁਰਲੀ, ਦੈਨ ਜੇ ਉਹ PEDs ਲਊਗਾ, ਦੈਨ ਮੈਂ ਕਹਿੰਦਾ ਲਾਈਕ ਬਲਾਸਟਿੰਗ ਕੰਮ ਹੋਣਾ। ਉਹਨੇ 1000 ਤੱਕ ਤਾਂ ਸ਼ੂਕਦੇ ਜਾਣਾ, ਉੱਡਦੇ ਜਾਣਾ, ਐਂਡ ਉਸ ਤੋਂ ਬਾਅਦ ਹੋਰ ਤਕੜਾ ਹੋਣਾ। ਠੀਕ ਹੈ ਨਹੀਂ, ਆਪਾਂ ਕੋਈ ਵੀ ਚੀਜ਼ ਜਦੋਂ ਛੱਡ ਕੇ ਕਰਦੇ ਹਾਂ ਤਾਂ ਉਹਦੀ ਬੋਡੀ ਦੀ ਮੋਟਰ ਯੂਨਿਟਸ ਕੀ ਹੋਣਾ ਕਿ ਲੈ ਵੀ ਯਾਰ ਨਵੀਂ ਚੀਜ਼ ਆਈ ਆ। ਸੋ
ਉਹ ਉਹਨਾਂ ਨੇ ਕਹਿਣਾ ਵਾਓ ਕਿਆ ਬਾਤ ਹੈ, ਅੱਤ ਕਰਾਤੀ। ਸੋ ਉਹ ਨਵੀਂ ਚੀਜ਼ ਹੋਣੀ ਆ, ਉਹਦੀ ਬੋਡੀ ਨੇ ਬਹੁਤ ਵਧੀਆ ਰਿਸਪੌਂਡ ਕਰਨਾ। ਹੁਣ ਪਿਛਲੇ ਡੈਕੇਡ ਤੋਂ ਸਮਾਨ ਲੈਂਦਾ ਪਿਆ ਤਾਂ ਉਹਦੀ ਬੋਡੀ ਕੋਈ ਰਿਸਪੌਂਡ ਨਹੀਂ ਕਰਦੀ ਹੋਣੀ ਪ੍ਰੋਪਰਲੀ ਕਿ ਹਾਂ ਵੀ ਸਮਾਨ ਹੈਗਾ ਕਿ ਨਹੀਂ ਹੈਗਾ। ਐਂਡ ਜੇ ਤੁਹਾਡੀ ਬੋਡੀ ਪ੍ਰੋਪਰਲੀ ਹੀਲਡ ਨਹੀਂ ਹੈਗੀ ਦੈਨ ਤੁਸੀਂ ਐਕਸਪੈਕਟ ਨਾ ਕਰੋ ਕਿ ਤੁਸੀਂ ਸਮਾਨ ਨੂੰ ਤੁਹਾਨੂੰ 100% ਰਿਜ਼ਲਟ ਆਊਗਾ। ਸਮਾਨ ਦਾ ਰਿਜ਼ਲਟ ਫਿਰ ਘੱਟ ਆਉਂਦਾ। Going for a 1,000-pound deadlift, as exciting as that is, I've been on PDs and hitting PRs the last decade, okay, for 10 years straight. So I know if I push the envelope enough, if I go to the extremes enough, I can get there, right? But what I don't know is how will I perform without all of that assistance? Because the fact of the matter is PEDs make a tremendous difference in your physique, in your strength, in your psyche, your recovery, more than I think more than general population I think understands. ਉਹ ਕਹਿੰਦਾ ਕਿ ਮੈਂ ਜਦੋਂ ਕਹਿ ਰਿਹਾ ਕਿ ਮੈਂ ਜਦੋਂ 1000 ਪਾਊਂਡ ਲਗਾਈ ਆ ਅਤੇ ਮੈਂ ਉਸ ਵੇਲੇ PED ਸੀਗਾ, ਇਨਹਾਂਸਿੰਗ ਡਰੱਗ 'ਤੇ ਸੀਗਾ। ਸੋ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿ ਹਾਂ ਵੀ ਜਦੋਂ ਮੈਂ ਨੈਚੁਰਲੀ ਹੋਊਂਗਾ ਤਾਂ ਮੇਰੀ ਬੋਡੀ ਕਿੱਦਾਂ ਵਰਕ ਕਰੂਗੀ, ਕਿ ਉਹਦੀ ਬੋਡੀ ਸਾਥ ਦਊਗੀ ਵੀ, ਕਿ ਉਹਦੀ ਬੋਡੀ ਪ੍ਰੋਪਰਲੀ ਵਰਕ ਕਰੂਗੀ ਵੀ, ਉਹਨੂੰ ਕਿੱਦਾਂ ਦਾ ਮਹਿਸੂਸ ਹੋਊਗਾ, ਕਿਉਂਕਿ ਉਹ ਬਹੁਤ ਘੱਟ ਸਾਈਕਲ ਤੋਂ ਬਾਹਰ ਗਿਆ। ਸੋ ਉਹਨੂੰ ਨਹੀਂ ਪਤਾ ਕਿ ਹਾਂ ਬਈ ਉਹ ਦੱਸ ਰਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਦਾ ਮਹਿਸੂਸ ਕਰੂੰਗਾ, ਮੈਂ ਨੈਚੁਰਲੀ ਕਿੱਦਾਂ ਦਾ ਹੋਊਂਗਾ। ਖਰੇ ਮੈਂ ਮਾੜਾ ਹੋਊਂਗਾ ਕਿ ਮੇਰੀ ਬੋਡੀ ਰਿਕਵਰ ਕਰੂਗੀ ਵੀ ਕਿ ਨਹੀਂ ਕਰੂਗੀ, ਕੀ ਹੋਊਗਾ, ਡੋਂਟ ਨੋ। ਸੋ ਉਹਨੂੰ ਨੈਚੁਰਲੀ ਰਹਿਣ ਦਾ ਪਤਾ ਹੀ ਨਹੀਂ ਹੈਗਾ ਇਸ ਵੇਲੇ ਕਿ ਨੈਚੁਰਲੀ ਮੇਰੀ ਬੋਡੀ ਕਿੱਦਾਂ ਰਿਸਪੌਂਡ ਕਰੂਗੀ। ਇਹਨੂੰ ਵਰਕਆਊਟ ਇੱਦਾਂ ਨਹੀਂ ਹੈਗਾ ਕਿ ਉਹਨੂੰ ਉੱਦਾਂ ਨਹੀਂ ਪਤਾ ਕਿ ਜ਼ਿੰਦਗੀ ਕਿੱਦਾਂ ਜੀਣੀ ਹੈ। ਕਹਿਣ ਦਾ ਮਤਲਬ ਹੈ ਕਿ ਉਹਨੂੰ ਵਰਕਆਊਟ ਦਾ ਨਹੀਂ ਪਤਾ ਕਿ ਮੇਰੀ ਬੋਡੀ ਉਸ ਚੀਜ਼ ਨੂੰ ਕਿੱਦਾਂ ਰਿਸਪੌਂਡ ਕਰੂਗੀ, ਬੋਡੀ ਦੀ ਰਿਕਵਰੀ ਨੂੰ ਕਿੱਦਾਂ ਰਿਸਪੌਂਡ ਕਰੂਗੀ, ਮੇਰੇ ਮੋਟਰ ਯੂਨਿਟਸ ਕਿੱਦਾਂ ਰਿਸਪੌਂਡ ਕਰੂਗੇ, ਨਰਵਸ ਸਿਸਟਮ ਕਿੱਦਾਂ ਰਿਸਪੌਂਡ ਕਰੂਗਾ ਉਸ ਚੀਜ਼ਾਂ ਨੂੰ। The time I did cycle off, okay, albeit my T levels did crash, the changes were night and day. I mean, I remember losing 30-40 pounds coming off cycle within a few weeks. 30 to 40 pound of muscle seriously in just some weeks. ਤੁਸੀਂ ਸੋਚੋਗੇ ਯਾਰ ਉਹ ਸਾਰਾ ਲਾਈਕ ਇੱਕ ਬੰਦਾ ਪ੍ਰੋਪਰਲੀ ਸਿਰਫ ਡਰੱਗਸ 'ਤੇ ਬਣਿਆ। ਇਹ ਤਾਂ ਇੱਕ ਤਰੀਕੇ ਨਾਲ ਇੱਦਾਂ ਹੋਣ ਲੱਗ ਪਿਆ ਨਾ ਕਿ ਬੰਦਾ ਸਿਰਫ ਡਰੱਗਸ 'ਤੇ ਬਣਿਆ ਆ, ਕਿ ਜੇ ਆਪਾਂ ਉਹਨੂੰ ਲਾਈਏ ਤਾਂ ਮਤਲਬ ਕਿ 15 ਤੋਂ 18 ਕਿਲੋ ਕੁਛ ਵੀਕਸ ਵਿੱਚ। ਜੇ ਕੋਈ ਬੰਦਾ 15 ਤੋਂ 18 ਕਿਲੋ ਉਸ ਬੰਦੇ ਦਾ ਮਸਲ ਮਾਸ ਲੂਜ਼ ਹੋ ਜਾਵੇ ਅਪਰੋਕਸੀਮੇਟਲੀ ਆਪਾਂ ਮਹੀਨੇ ਜਾਂ 2 ਮਹੀਨੇ ਲਾ ਲਈਏ, ਦੈਟਸ ਅ ਹਿਊਜ ਥਿੰਗ। ਕਿ ਪਤਾ ਕਿੰਨਾ ਬੰਦਾ ਵੀਕ ਹੋ ਜਾਂਦਾ। 120 ਕਿਲੋ ਦਾ ਬੰਦਾ ਆਪਾਂ ਕਹਿ ਲਈਏ ਕਿ 100 ਕਿਲੋ ਦਾ ਹੋ ਗਿਆ, 100 ਕਿਲੋ ਦਾ ਬੰਦਾ 80 ਕਿਲੋ ਦਾ ਹੋ ਗਿਆ। ਸੋਚ ਕੇ ਦੇਖੋ 80 ਕਿਲੋ ਦਾ ਬੰਦਾ 60 ਕਿਲੋ ਦਾ ਹੋ ਗਿਆ, ਮਤਲਬ ਅਨਇਮੈਜੀਨੇਬਲ ਥਿੰਗ ਆ ਕਿ ਯਾਰ ਇੰਨੀ ਵੀਕਨੈਸ, ਕਿ ਮਤਲਬ ਦੈਟ ਮੀਨਸ ਕਿ ਉਹਨੂੰ ਐਕਚੁਅਲ 'ਚ ਨੈਚੁਰਲ ਦਾ ਪਤਾ ਨਹੀਂ ਕਿ ਨੈਚੁਰਲ ਕਿ ਆਪਣੀ ਮਸਲ ਨੂੰ ਮੇਨਟੇਨ ਕਿੱਦਾਂ ਕਰਨਾ। ਹੀ ਡੋਂਟ ਇਵਨ ਨੋ, ਉਹਨੂੰ ਜਸਟ PED ਦਾ ਪਤਾ, ਕਿਉਂਕਿ PED ਦੇ ਵਿੱਚ ਤੁਸੀਂ ਚੀਟ ਵੀ ਕਰ ਸਕਦੇ ਹੋ ਤੁਸੀਂ, ਅਤੇ ਬੋਡੀ ਉਸ ਚੀਜ਼ ਨੂੰ ਸਾਂਭ ਜਾਂਦੀ ਆ। ਤੁਸੀਂ ਸਮਾਨ 'ਤੇ ਹੁੰਦਾ, ਤੁਹਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ, ਤੁਹਾਡੀ ਬੋਡੀ ਰਿਕਵਰੀ ਫਾਸਟ ਪਈ ਹੁੰਦੀ ਪਈ ਹੈ, ਸਾਰਾ ਕੁਛ ਪ੍ਰੋਪਰ ਚੱਲਦਾ ਪਿਆ ਹੁੰਦਾ ਆਟੋਮੈਟਿਕਲੀ। ਸੋ ਜਦੋਂ ਵੀ ਉਹ ਕਹਿੰਦਾ ਮੈਂ ਗਿਆ ਅਤੇ ਮੇਰਾ 30 ਤੋਂ 40 ਪਾਊਂਡ ਵੇਟ ਘੱਟ ਗਿਆ, ਦੈਟਸ ਸ਼ੌਕਿੰਗ। I remember going from like a 550 bench to like a 4-5 for 1 rep bench. We're talking 20 to 30% of a drop in strength, 20 to 40 pound drop in body weight. I did it a few times, right? So I have a rough idea what it's like to do it that way, but that's using PCT, right? That's using Clomid, Novadax, HCG, that's doing it that way. So I didn't go from blasting 500 mg or whatever testosterone, whatever antibiotics I was using at the time, down to TRT levels of testosterone. So I don't know how I respond that way. So that's what I want to find out. ਲਓ ਜੀ, ਸਟਰੈਂਥ ਵਿੱਚ ਤਾਂ ਭਾਜੀ ਹੁਣੀ ਕਹਿੰਦੇ ਕਿ ਮੈਂ ਇੱਕ ਟਾਈਮ 'ਤੇ ਇੱਦਾਂ ਹੋ ਗਿਆ ਕਿ ਮੈਂ ਜਦੋਂ ਸਮਾਨ ਛੱਡਿਆ ਤਾਂ ਮੈਂ 405 LBS ਮਤਲਬ 180 ਕਿਲੋ ਅਪਰੋਕਸੀਮੇਟਲੀ ਉਹਦਾ ਇੱਕ ਰੈਪ, ਅਤੇ ਕਿੱਥੇ ਭਾਜੀ ਹੁਣੀ 240-250 ਬੈਂਚ ਪ੍ਰੈਸ ਲਾਉਣ ਡੇ, ਕਿ ਉਹਨੇ ਹਜੇ ਕੁਛ ਵੀਕ ਦੇ ਲਈ ਸਮਾਨ ਛੱਡਿਆ ਅਤੇ ਉਹਦੇ ਵਿੱਚ ਹੀ ਇਹ ਹਾਲ ਹੋ ਗਿਆ ਕਿ ਉਹਨੂੰ ਹੁਣ ਇਸ ਕਰਕੇ ਨਹੀਂ ਉਹ ਸਮਝ ਪਾ ਰਿਹਾ ਕਿ ਉਹ ਕਹਿੰਦਾ ਉਹਦੇ ਲਈ ਇੱਕ ਐਕਸਪੈਰੀਮੈਂਟ ਹੈ ਕਿ ਆਈ ਡੋਂਟ ਨੋ ਦੈਟ ਹਾਊ ਮਾਈ ਬੋਡੀ ਵਿਲ ਬੀ ਰਿਸਪੌਂਡ, ਬਿਕਾਜ਼ ਵੈਨ ਐਵਰ ਆਈ ਗੋ ਆਫ ਦਾ ਸਾਈਕਲ ਦੈਨ ਮਾਈ ਸਟਰੈਂਥ ਡਿਕਰੀਜ਼ ਡਰਸਟਿਕਲੀ। ਸੋ 405 ਪਾਊਂਡ ਦੀ ਸਿਰਫ ਬੈਂਚ ਪ੍ਰੈਸ ਰਹਿ ਗਈ, 500-550 ਦੀ LBS ਦੀ ਗੱਲ ਕਰਦਾ ਪਿਆ, ਨਾਟ KG, LBS ਦੀ ਸਕੁਆਟ ਰਹਿ ਗਈ, ਅਤੇ ਇੰਨੀ ਥੱਲੇ ਚੱਲ ਜਾਣਾ। ਐਂਡ ਦੈਟਸ ਵਾਈ ਉਹ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਕਿ ਹਾਂ ਵੀ ਮੇਰੀ ਬੋਡੀ ਕੀ ਰਿਸਪੌਂਡ ਕਰੂਗੀ ਨੈਚੁਰਲੀ, ਕਿ ਸਮਾਨ ਨੂੰ ਛੱਡ ਕੇ ਮੇਰੀ ਬੋਡੀ ਕਿੱਦਾਂ ਕੰਮ ਕਰੂਗੀ। Because I'm sure there'll be a time again in the future when I want to go for that 1,000 pound deadlift. Again, that's a lifetime goal of mine, lifetime achievement. And
I'm not giving up on that. But right now, put the brakes on, take my time, and see what I can do on TRT. ਸੋ ਲਾਸਟ ਬਟ ਨਾਟ ਲੀਸਟ ਅਗਲਾ ਕਹਿੰਦਾ ਕਿ ਮੈਂ ਲਾਉਣੀ ਆ ਡੈਡ ਲਿਫਟ, ਮੇਰਾ ਡਰੀਮ ਆ ਕਿ 1000 ਮੈਂ ਕ੍ਰੋਸ ਕਰਾਂ, ਬਟ ਇਹ ਇੱਕ ਮੂਵਮੈਂਟ ਇੱਦਾਂ ਦਾ ਆ ਕਿ ਮੈਂ ਗਿਵ ਅਪ ਨਹੀਂ ਕਰ ਰਿਹਾ, ਬਟ ਮੈਨੂੰ ਰੁਕਣਾ ਪੈਣਾ, ਕਿਉਂਕਿ ਜੇ ਮੈਂ ਨਹੀਂ ਰੁਕਿਆ ਦੈਨ ਪੰਗੇ ਇੱਦਾਂ ਦੇ ਪੈ ਜਾਣੇ ਕਿ ਉਹਨੇ ਆਪ ਹੀ ਉਸ ਚੀਜ਼ ਨੂੰ ਰਿਕਵਰ ਨਹੀਂ ਕਰ ਪਾਉਣਾ। ਸੋ ਦੈਟਸ ਅ ਇੰਟੈਲੀਜੈਂਟ ਮੂਵ ਮੈਂ ਕਹੂੰਗਾ ਉਸ ਚੀਜ਼ ਨੂੰ, ਕਿ ਲੈਰੀ ਵੀਲ TRT 'ਤੇ ਆਉਣ ਲੱਗਾ ਆ, ਬਟ ਦੇਖੋ ਕਿੰਨੀ ਚਿਰ ਆਉਂਦਾ, ਕਿਉਂਕਿ ਅਸਲ ਦੇ ਵਿੱਚ ਸਮਾਨ ਦੀ ਵੀ ਐਡਿਕਸ਼ਨ ਹੁੰਦੀ ਹੈ। ਇਟਸ ਲਾਈਕ ਨਸ਼ਾ, ਕਿ ਜਿਹੜੇ ਲੋਕ ਸਮਾਨ ਲੈਂਦੇ ਆ ਉਹ ਬਹੁਤੀ ਚਿਰ ਸਮਾਨ ਛੱਡ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਉਸ ਚੀਜ਼ ਦੀ ਆਦਤ ਪਈ ਹੁੰਦੀ ਆ। ਜੇ ਇਹ ਹੁਣ ਸਮਾਨ ਛੱਡੂਗਾ ਤਾਂ ਅਪਰੋਕਸੀਮੇਟਲੀ ਇਹਦਾ 50 ਤੋਂ 60 LBS ਭਾਰ ਘਟੂਗਾ ਆਰਾਮ ਨਾਲ, ਜੇ ਹਿਸਾਬ ਨਾਲ ਇਹ ਦੱਸ ਰਿਹਾ। ਅਤੇ ਕਿਉਂਕਿ ਇਹ ਕਦੀ ਵੀ ਇਹ ਕਹਿੰਦਾ ਮੈਂ 500 mg ਤੋਂ ਟੈਸਟ ਤੋਂ ਥੱਲੇ ਕਦੀ ਆਇਆ ਹੀ ਨਹੀਂ ਹੈਗਾ। ਸੋ ਜੇ 170 'ਤੇ ਰਹੂਗਾ ਤਾਂ ਓਬਵੀਅਸ ਆ ਕੇ 50 ਤੋਂ 60 LBS ਮਤਲਬ 25 ਤੋਂ 30 ਕਿਲੋ ਦੇ ਲਾਗੇ ਭਾਰੇ ਦਾ ਮਸਲ ਵੇਟ ਘਟੂਗਾ, ਐਂਡ ਤੁਹਾਨੂੰ ਲੈਰੀ ਵੀਲ ਬਹੁਤ ਪਤਲਾ ਦੇਖਣ ਨੂੰ ਮਿਲੂਗਾ। ਅਤੇ ਬਾਈ ਗੋਡ ਨੋਜ਼ ਕਿ ਬਾਕੀ ਬੰਦਾ ਕੀ ਕਰਦਾ ਕੀ ਨਹੀਂ ਕਰਦਾ। ਹੋਪ ਫॉर द ਬੈਟਰ ਰਿਕਵਰੀ, ਕਿ ਹਾਂ ਵੀ ਨੈਚੁਰਲੀ ਵੀ ਆਪਾਂ ਨੂੰ ਲੈਰੀ ਵੀਲਸ ਦੀਆਂ ਵਧੀਆ ਲਿਫਟਾਂ ਦੇਖਣ ਨੂੰ ਮਿਲਣ, ਅਤੇ ਬੰਦਾ ਬਾਕੀਆਂ ਨੂੰ ਮੋਟੀਵੇਟ ਕਰਦਾ ਰਹੇ, ਜਿਹੜੇ ਲੋਕ ਪਾਵਰ ਲਿਫਟਿੰਗ ਜਾਂ ਸਟਰੋਂਗੈਸਟ ਮੈਨ ਕਰਨਾ ਚਾਹੁੰਦੇ ਆ, ਅਤੇ ਉਹਨਾਂ ਨੂੰ ਵੀ ਮੋਟੀਵੇਟ ਕਰਦਾ ਰਹੇ ਥਰੂ ਹਿਜ਼ ਲਿਫਟ ਐਂਡ ਥਰੂ ਹਿਜ਼ ਲਾਈਕ ਪਾਵਰ ਟਰੈਕਸ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇੰਨੇ ਪੇਸ਼ੈਂਸ ਦੇ ਨਾਲ ਪੂਰੀ ਵੀਡੀਓ ਦੇਖੀ, ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਐਂਡ ਨੋਟੀਫਿਕੇਸ਼ਨ ਦੀ ਬੈਲ 'ਤੇ ਵੀ ਜ਼ਰੂਰ ਕਲਿੱਕ ਕਰ ਦਿਓ, ਸੋ ਦੈਟ ਜਦੋਂ ਵੀ ਨਵੀਂ ਵੀਡੀਓ ਆਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਦੇਖ ਸਕੋ। ਬਿਕਾਜ਼ ਆਪਾਂ ਫ੍ਰੀਕੁਐਂਟਲੀ ਵੀਡੀਓਜ਼ ਪਾਈ ਜਾਣੀਆਂ ਆ, ਅਤੇ ਬਹੁਤ ਵਧੀਆ ਟੌਪਿਕ ਆਉਣਗੇ ਕਿ ਜਿਹੜੇ ਬਹੁਤ ਨੌਲੇਜੇਬਲ ਹੋਣਗੇ, ਐਂਡ ਤੁਸੀਂ ਜ਼ਰੂਰ ਕੁਛ ਨਾ ਕੁਛ ਉਹਨਾਂ ਤੋਂ ਸਿੱਖੋਗੇ। ਸੋ ਥੈਂਕ ਯੂ ਸੋ ਮਚ ਅਗੇਨ ਕਿ ਤੁਸੀਂ ਵੀਡੀਓ ਦੇਖੀ, ਐਂਡ ਹੋਪ ਯੂ ਲਾਈਕ ਇਟ। ਸੋ ਆਪਾਂ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।